ਇਹਨੂੰ ਸਿਆਰੀ ਪੈ ਗਈ, ਕਿਰਤ ਬਣ ਜਾਏਗਾ। ਕਿਰਤ ਨੂੰ ਉਹਦੀ ਬਣਾਈ ਹੋਈ ਚੀਜ਼, ਉਹਦੀ ਬਣਾਇਆ ਹੋਇਆ ਬੰਦਾ, ਉਹਦੀ ਬਣਾਈ ਹੋਈ ਮੂਰਤ, ਉਹਦੀ ਬਣਾਈ ਹੋਈ ਕੁਦਰਤ ਮਰਜੀ ਆ। ਜੇ ਇਹਨੂੰ ਸਲਾਹੇਗਾ ਨਾ ਤੇ ਬਾਬਾ ਜੀ ਕਹਿੰਦੇ ਫਿਰ ਕੀ ਹੋ ਜਾਏਗਾ, ਫਿਰ ਤੂੰ ਦੂਰ ਹੋ ਜਾਏਗਾ। ਆਓ ਹੁਣ ਅਗਲੀ ਪੌੜੀ ਤੇ ਬਿਲਕੁਲ ਉੱਥੇ ਹੀ ਗੱਲ ਫਿਰ ਸ਼ੁਰੂ ਕਰਦੇ ਨੇ। ਫਿਰ ਕੀ ਸਿਫਤਾਂ ਕਰਕੇ ਕੀ ਉਹਨੂੰ ਪਲਾਪਤ ਕਰ ਲਾਂਗੇ? ਉਹ ਫਿਰ ਸਿਫਤ ਕੀ ਹੁੰਦੀ? ਗੁਣਾਂ ਦੀ ਸਿਫਤ ਹੁੰਦੀ ਹੈ ਨਾ। ਸਾਹਿਬ ਕਹਿੰਦੇ ਅੰਤ ਨਾ ਸਿਫਤੀ, ਕਹਿਣ ਨਾ ਅੰਤ। ਮੂੰਹ ਨਾਲ ਕਹਿਣ ਦੇ ਵਿੱਚ ਤੇ ਉਹਦੀ ਸਿਫਤ, ਸਿਫਤ ਕਾਹਦੀ ਕਰਦੇ ਆ? ਗੁਣਾਂ ਦੀ। ਤੇ ਗੁਣਾਂ ਦਾ ਅੰਤ ਪਾ ਸਕਦੇ? ਨਹੀਂ ਹੋ ਸਕਦੀ ਨਾ ਉਹਦੀ ਸਿਫਤ ਗੁਣਾਂ ਰਾਹੀਂ। ਗੁਣ ਗਾਏ ਜਾ ਸਕਦੇ ਨੇ ਪਰ ਗੁਣਾਂ ਰਾਹੀਂ ਸਿਫਤ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਗਾਈ ਜਾਓ ਗਾਈ ਜਾਓ ਗਾਓ, ਜਿੰਨੇ ਮਰਜ਼ੀ ਗਾਈ ਜਾਓ, ਨਹੀਂ ਗਾ ਸਕਦੇ ਨਾ। ਆ ਕਈ ਵਾਰੀ ਆਪਾਂ ਪੜ੍ਹਦੇ ਹੀ ਨਹੀਂ ਕਿ ਸੱਚੇ ਪਾਤਸ਼ਾਹ ਜੀ ਕੌਣ ਜਾਣੇ ਗੁਣ ਤੇਰੇ ਸਾਹਿਬਾ, ਕੌਣ ਜਾਣੇ ਗੁਣ ਤੇਰੇ, ਕੌਣ ਬਾਣੀ ਕਹਿੰਦੀ ਹੈ ਨਾ, ਕੋਈ ਜਾਣ ਸਕਦਾ? ਫਿਰ ਹੋ ਗਈ ਨਾ ਕਲੀਅਰ ਗੱਲ। ਇਹ ਅੰਤ ਨਾ ਸਿਫਤੀ। ਸਿਫਤ ਕਾਹਦੀ ਹੁੰਦੀ ਹੈ? ਗੁਣਾਂ ਦੀ। ਨਹੀਂ ਪਾ ਸਕਦੇ। ਸਮਾਂ ਨਹੀਂ ਸ਼ਬਦ ਮੇਰਾ ਹੈ। ਜਿਵੇਂ ਅਸੀਂ ਕਹਿੰਦੇ ਨਾ, ਸ਼ਬਦ ਆਉਂਦਾ ਹੈ ਵੀ ਸ਼ੇਸ਼ਨਾਗ ਤੇਰਾ ਅੰਤ ਨਾ ਪਾਇਆ। ਸ਼ੇਸ਼ਨਾਗ ਨੂੰ ਕਿਹਾ ਸੀ ਉਹਦੀਆਂ ਵੀ ਤੂੰ ਰੱਬ ਦੀ ਸਿਫਤ ਕਰ, ਪਰਮਾਤਮਾ ਦੀ ਸਿਫਤ ਕਰ। ਇਹ ਸਾਖੀ ਬਣਾਈ ਹੈ ਵੀ ਪਹਿਲਾਂ ਧੌਲੇ ਬਲਦ ਨੂੰ ਚੁਕਾ ਕੇ ਰੱਖਿਆ ਧਰਤੀ ਨੂੰ, ਫਿਰ ਕਹਿੰਦੇ ਵੀ ਐਂ ਕਰੋ ਹੁਣ ਇਹਨੂੰ ਸ਼ੇਸ਼ਨਾਗ ਨੂੰ ਚੁਕਾਓ। ਸ਼ੇਸ਼ਨਾਗ ਨੂੰ ਕਿਹਾ ਵੀ ਹੁਣ ਤੂੰ ਚੱਕ ਲੈ। ਉਹ ਕਹਿੰਦਾ ਵੀ ਆਪਾਂ ਤੋਂ ਤਾਂ ਨਹੀਂ ਚੱਕੀ ਜਾਣੀ, ਇਹ ਤਾਂ ਸਿੰਘਾਂ ਤੇ ਚੱਕ ਲੈਂਦਾ, ਮੇਰਾ ਕੀ ਵਾਸਤੇ ਇਹਦੇ ਨਾਲ। ਉਹ ਕਹਿੰਦੇ ਵੀ ਤੈਨੂੰ ਅਸੀਂ ਸ਼ਕਤੀ ਦੇਵਾਂਗੇ, ਤੂੰ ਤਾਂ ਚੱਕੇਂਗੇ ਸਾਡੀ ਸ਼ਕਤੀ ਨਾਲ। ਕਹਿੰਦੇ ਸ਼ਕਤੀ ਕਿੱਥੋਂ ਮਿਲੂ? ਕਹਿੰਦੇ ਨਾਮ 'ਚੋਂ। ਤੂੰ ਨਾਮ ਜਪੀ ਆਈ ਤੇ ਨਾਮ ਵੀ ਜਪਣਾ ਬਦਲ ਬਦਲ ਕੇ। ਅੱਛਾ, ਫਿਰ ਜਿੱਦੇ ਤੇਰੇ ਨਾਮ ਮੁੱਕ ਗਏ ਅਸੀਂ ਕੀ ਕਰਾਂਗੇ? ਅਸੀਂ ਤੇ ਧਰਤੀ 'ਚ ਵਾਪਸ ਲੈ ਲਾਂਗੇ। ਉਹ ਕਹਿੰਦੇ ਠੀਕ ਆ। ਉਹਨੇ ਸਹਿਸ ਜੀਭਾਂ ਆਪਣੀਆਂ ਸਹਿਸ ਬਣਾ ਲਈਆਂ, ਹਜ਼ਾਰਾਂ ਜੀਭਾਂ, ਹਜ਼ਾਰਾਂ ਹੀ ਬਣਾ ਲਈਆਂ। ਕਿਉਂ? ਵੀ ਹਜ਼ਾਰਾਂ ਨਾਲ ਇੱਕ ਇੱਕ ਨਾਂ ਲਊਂਗਾ, ਵੱਖਰਾ ਵੱਖਰਾ ਨਾਂ ਹੋ ਗਿਆ ਨਾ। ਜਿੰਨੇ ਨਾਂ ਲਓ ਆਖਰਕਾਰ ਕਦੇ ਤਾਂ ਹੋ ਜਾ ਵੀ ਰੱਬ ਦੇ ਨਾਂ ਹੀ ਮੁੱਕ ਗਏ, ਛੱਡੋ ਪਰੇ, ਲੈ ਲਓ ਆਪਦੀ ਚੱਕ ਲਓ ਧਰਤੀ। ਉਹ ਕਹਿੰਦੇ ਉਦੋਂ ਦਾ ਲੱਗਿਆ ਹੋਇਆ ਹਜ਼ਾਰਾਂ ਜੀਵਾਂ ਨਾਲ, ਹਜੇ ਤੱਕ ਉਹਦਾ ਅੰਤ ਨਹੀਂ ਪਾ ਸਕਿਆ, ਨਾ ਹੀ ਨਹੀਂ ਮੁੱਕਦੇ। ਅੰਤ ਨਾ ਸਿਫਤੀ, ਕਹਿਣ ਨਾ ਅੰਤ। ਕਹਿਣ ਵਿੱਚ ਉਹਦਾ ਅੰਤ ਨਹੀਂ ਹੈ। ਕਹੀ ਜਾਓ ਜਿੰਨਾ ਮਰਜ਼ੀ। ਕਥਨਕਾਰ ਪਿੱਛੇ ਪੜ੍ਹੇ ਸੀ ਆਪਣੇ, ਕਥਨਕਾਰ ਕਰਕੇ ਮੁੱਕ ਗਏ, ਖਤਮ ਹੋ ਗਏ। ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨੇ ਦੇਣ ਨਾ ਅੰਤ। ਉਹਦੇ ਕਰਨਿਆਂ ਦਾ ਕੋਈ ਅੰਤ ਨਹੀਂ, ਉਹਦੀਆਂ ਕਰਨੀਆਂ ਦਾ ਕੋਈ ਅੰਤ ਨਹੀਂ, ਉਹਦੇ ਕੌਤਕਾਂ ਦਾ ਕੋਈ ਅੰਤ ਨਹੀਂ, ਤੇ ਉਹਦੀਆਂ ਦਾਤਾਂ ਦਾ ਵੀ ਕੋਈ ਅੰਤ ਨਹੀਂ। ਦੇਣ ਨਾ ਅੰਤ, ਦੇ ਜਾ ਰਿਹਾ, ਦਿੰਦਾ ਦੇ, ਲੈਂਦੇ ਤੱਕ ਪਾਏ। ਅੰਤ ਹੋਇਆ? ਸਗੋਂ ਦੇਣ ਵਾਲਾ ਤਾਂ ਕੋਈ ਨਹੀਂ, ਲੈਣ ਵਾਲੇ ਮੁੱਕੀ ਜਾਂਦੇ ਨੇ। ਅੰਤ ਪਾਇਆ ਨਹੀਂ ਗਿਆ। ਕਿਵੇਂ ਪਾਇਆ ਅੱਗੇ? ਅੰਤ ਨਾ ਵੇਖਣ ਸੁਣਨ ਨਾ ਅੰਤ। ਕੋਈ ਚੀਜ਼ਾਂ ਵੇਖ ਵੇਖ ਕੇ ਅੰਤ ਪਾ ਲਓ। ਵੇਖਣ ਲੱਗਿਆ ਨੇ ਧਰਤੀ ਖੋਜ ਲਈ, ਅਸਮਾਨ ਖੋਜ ਲਿਆ, ਸਭ ਖੋਜ ਲਿਆ, ਹਜੇ ਤੱਕ ਅੰਤ ਨਹੀਂ ਪਿਆ। ਰੋਜ਼ ਨਵੀਂ ਨਵੀਂ ਕੋਈ ਗੱਲ ਖੋਲ੍ਹੀ ਹੁੰਦੀ। ਉਹ ਕਹਿੰਦਾ ਤੁਸੀਂ ਅੰਤ ਪਾ ਹੀ ਨਹੀਂ ਸਕਦੇ। ਅੰਤ ਕੀ ਪਾ ਲਓਗੇ? ਦੋ ਪੱਤੇ ਨਹੀਂ ਤੁਸੀਂ ਦੇਖ ਦੇਖ ਕੇ, ਇੱਕ ਪੱਤਾ ਇੱਧਰੋਂ ਤੋੜ ਲਓ, ਇੱਕ ਤੋੜੋ, ਅਲੱਗ ਅਲੱਗ ਲੱਗਣਗੇ। ਅੰਤ ਪੈ ਗਿਆ। ਉਸੇ ਦਰਖਤ ਦਾ ਹੋਰ ਪੱਤਾ ਲੱਗਿਆ, ਉਹ ਨਹੀਂ ਮਿਲਦਾ। ਚਲੋ ਬੱਤਿਆਂ ਦੀ ਗੱਲ ਛੱਡੋ, ਆ ਸਾਡੇ ਫਿੰਗਰਪ੍ਰਿੰਟ ਮਿਲਦੇ ਨੇ? ਐਡਾ ਵਰਲਡ ਹੈ, ਨਹੀਂ ਮਿਲਦੇ। ਫਿਰ ਅੰਤ ਪੈ ਜਾਏਗਾ। ਬਾਬਾ ਜੀ ਕਹਿੰਦੇ ਨਾ ਦੇਖਣ ਵਾਲੀ ਚੀਜ਼ 'ਚ ਨਾ ਸੁਣਨ ਵਾਲੀ 'ਚ। ਸੁਣੀ ਜਾਓ, ਕੁਝ ਮਰਜ਼ੀ ਸੁਣੀ ਜਾਓ। ਇੰਨਾ ਕੁਝ ਸੁਣਨ ਨੂੰ ਪਿਆ ਸੰਸਾਰ ਦੇ ਵਿੱਚ, ਬੰਦਾ ਕਹਿੰਦਾ ਹੱਦ ਹੋ ਗਈ। ਕਿੰਨੇ ਪੰਛੀ ਨੇ ਤੇ ਕਿੰਨੀਆਂ ਆਵਾਜ਼ਾਂ ਨੇ, ਹਰੇਕ ਨੂੰ ਵੱਖਰੀ ਵੱਖਰੀ ਦਿੱਤੀ ਹੋਈ ਹੈ। ਜਿਨ੍ਹਾਂ ਪੰਛੀਆਂ ਨੂੰ ਤੁਸੀਂ ਜਾਣਦੇ ਹੋ ਉਹਨਾਂ ਨੂੰ ਵੀ, ਜਿਨ੍ਹਾਂ ਨੂੰ ਤੁਸੀਂ ਨਹੀਂ ਜਾਣਦੇ ਉਹਨਾਂ ਨੂੰ ਵੀ ਧੁਨ ਦਿੱਤੀ ਉਹਨਾਂ ਨੂੰ। ਅੰਤ ਪੈ ਗਿਆ? ਨਾ ਉਹਨੂੰ ਸੁਣਿਆ ਅੰਤ ਪੈ ਸਕਦਾ, ਨਾ ਉਹਨੂੰ ਬਾਬਾ ਜੀ ਕਹਿੰਦੇ ਵੇਖਿਆ ਅੰਤ ਪੈ ਸਕਦਾ। ਵੇਖਿਆ ਅੰਤ ਪੈ ਜਾ, ਜਾਨੂੰ ਤੁਸੀਂ ਉਹ ਕਰਨਾ, ਜਾਨੂੰ ਬਦਲ ਜਾਏਗਾ। ਕਹਿੰਦੇ ਅੰਤ ਪਾ ਲਿਆ, ਹੁਣ ਤਾਂ ਸਾਰੀਆਂ ਬਿਮਾਰੀਆਂ ਦਾ ਪਤਾ ਲੱਗ ਗਿਆ। ਆ ਕਰੋਨਾ ਫੇਰ ਆ ਗਈ ਨਵੀਂ।
ਕਿੱਥੇ ਅੰਤ ਪੈ ਜੂ? ਨਾਂਜਾ ਨੂੰ ਕੋਈ ਹੋਰ ਬ੍ਰਹਮਾ ਕਾ ਪੁੱਛੋ ਜੀ ਖੜਾ, ਅੰਤ ਪੈ ਜਾਏਗਾ। ਇੱਕ ਹੋਰ ਦੇਖੋ ਤੁਸੀਂ ਕਮਾਲ ਦੀ ਗੱਲ, ਜਿੰਨੇ ਡਾਕਟਰ, ਜਿੰਨੀਆਂ ਬਿਮਾਰੀਆਂ, ਉਹ ਕਿਹਨਾਂ ਵਾਸਤੇ ਨੇ? ਬੰਦਿਆਂ ਵਾਸਤੇ। ਪਸ਼ੂਆਂ ਦੇ, ਪੰਛੀਆਂ ਦੇ ਨਾ ਡਾਕਟਰ ਨੇ ਨਾ ਬਿਮਾਰੀਆਂ ਨੇ। ਜੇ ਕਿਤੇ ਹੁੰਦੀ ਵੀ ਆ, ਕਿਹੜੇ ਸਟੋਰ 'ਤੇ ਜਾਂਦੇ ਨੇ ਦਵਾਈ ਲੈਣ? ਆਪਣੇ ਆਪ ਠੀਕ ਹੋਈ, ਪ੍ਰਕਿਰਤੀ ਨੇ ਬਣਾਇਆ ਉਹਨੂੰ। ਇਹਨੇ ਕਿਹਾ ਵੀ ਨਹੀਂ ਆਪਾਂ ਖੋਜ ਕਰ ਲਈ। ਕੀ ਖੋਜਿਆ? ਲੈ ਦਵਾਈਆਂ ਖੋਜ ਲਈਆਂ। ਉਹ ਕਹਿੰਦੇ ਫਿਰ ਜੇ ਦਵਾਈ ਖੋਜ ਲਈ, ਬਿਮਾਰੀਆਂ ਵੀ ਖੋਜ ਲਾ, ਤੈਨੂੰ ਮਿਲ ਗਈਆਂ ਬਿਮਾਰੀਆਂ, ਇਹਨੇ ਮਿਲੀ ਹੋਈ ਨੇ। ਜਿਹੜੇ ਪੰਛੀ ਨੇ ਤੁਸੀਂ ਦੱਸੋ ਤਾਂ ਸਹੀ, ਕਿੱਥੇ ਉਹਨਾਂ ਦਾ ਟ੍ਰੀਟਮੈਂਟ? ਕਿੱਥੇ? ਕਿਹੜੇ ਐਕਸਰੇ ਕਰਾਉਂਦੇ? ਕਿਹੜੀਆਂ ਸਕੈਨਾਂ ਹੁੰਦੀਆਂ ਨੇ? ਨਹੀਂ, ਇਹਨਾਂ ਦੇ ਬੀਪੀ ਵੱਧਦੇ ਨੇ। ਸਭ ਆ ਬੈਠੇ ਨੇ, ਉਹਨੂੰ ਸ਼ਾਂਤ ਹੋ ਗਈ, ਦਿਨ ਛੁਪਿਆ, ਸਭ ਆਪਦੇ ਆਲਣੇ 'ਚ ਬਹਿ ਗਏ ਸ਼ਾਂਤ ਨਾਲ। ਅਤੇ ਬੰਦੇ ਨੂੰ ਵਿਚਾਰੇ ਨੂੰ ਹਜੇ ਵੀ ਚੈਨ ਹੀ ਨਹੀਂ ਪਤਾ ਵੀ 12 ਵਜੇ ਸੌਵੇਂ ਕਿ ਗਿਆ, 1 ਵਜੇ ਸੌਵੇਂ ਕਿ 2 ਵਜੇ ਸੌਵੇਂ। ਕੀ ਕਰੀਏ ਜੀ, ਰਾਤ ਫਿਰ ਨਿਬੇੜਨਾ ਕੰਮ, ਸਵੇਰੇ ਨੂੰ ਹੋਰ ਕਰਨਾ। ਫਿਕਰ ਕਿਹਨੂੰ ਹੈ? ਬੰਦੇ ਨੂੰ। ਅੱਜ ਕਿ ਜਿਹਨੂੰ ਕੀ ਬਣਾਇਆ ਸੀ? 84 ਲੱਖ ਜੋਨ ਸਵਾਈ, ਮਾਨਸ ਕੋ ਪ੍ਰਭ, ਮਾਨਸ ਕੋ ਪ੍ਰਭ ਦੀ ਵਡਿਆਈ। ਜਿਹਨੂੰ ਸਰਦਾਰ ਬਣਾਇਆ, ਜਿਹਨੂੰ ਸਭ ਤੋਂ ਉੱਤਮ ਬਣਾਇਆ, 84 ਲੱਖ ਦੇ ਜੋਨ ਦੇ ਉੱਪਰ ਰੱਖਿਆ ਇਹਨੂੰ, ਸਭ ਤੋਂ ਵੱਧ ਦੁਖੀ ਏ। ਬਾਕੀ ਜੀ ਉਹਨਾਂ ਤਾਂ ਆਰਾਮ ਨਾਲ ਬੈਠੀਆਂ ਨੇ, ਉਹ ਤਾਂ ਭੋਗ ਰਹੀਆਂ ਨੇ ਉਹ ਕੁਝ, ਜੋ ਕੁਝ ਉਹਨਾਂ ਨੂੰ ਕਿਹਾ। ਇਹਨੂੰ ਜੋ ਕੁਝ ਕਿਹਾ ਇਹ ਕਰਦੇ ਹੀ ਨਹੀਂ, ਇਸੇ ਕਰਕੇ ਦੁਖੀ ਹੈ। ਅੰਤ ਪਾਉਣ ਦੀ ਕੋਸ਼ਿਸ਼ ਕਰਨ ਲੱਗ ਗਿਆ, ਅੰਤ ਪੈਣਾ ਹੀ ਨਹੀਂ। ਇਸ ਕਰਕੇ ਬਾਬਾ ਜੀ ਕਹਿੰਦੇ ਅੰਤ ਨਾ ਜਾਪੈ ਕਿਆ ਮਨਮੰਤ। ਇਹ ਵੀ ਨਹੀਂ ਜਾ ਸਕਦੇ ਵੀ ਉਹਦੇ ਮਨ ਵਿੱਚ ਕੀ ਹੈ, ਮਨ ਦੇ ਅੰਦਰ ਕੀ ਹੈ, ਮਨ ਵਿੱਚ ਕੀ ਹੈ, ਕੋਈ ਜਾਪਦਾ ਹੀ ਨਹੀਂ। ਕੋਈ ਦੱਸ ਸਕਦਾ? ਹੁਣ ਅਸੀਂ ਬੈਠੇ ਹਾਂ, ਸ਼ਾਮ ਨੂੰ ਇਹ ਨਹੀਂ ਪਤਾ ਵੀ ਰਾਤ ਨੂੰ ਮੀਂਹ ਪਾ ਦੇ। ਗੁਰੂ ਪਾਤਸ਼ਾਹ ਕਹਿੰਦੇ ਉਹਦੇ ਮਨ ਦਾ ਕੋਈ ਜਾਪਦਾ ਕਿਸੇ ਨੂੰ ਦੱਸ ਸਕਦਾ ਵੀ ਉਹਦੇ ਮਨ ਵਿੱਚ ਕੀ ਹੈ? ਨਾ। ਜਲ ਤੇ ਥਲ ਕਰ, ਥਲ ਤੇ ਕੂਆ, ਕੂਬ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ, ਚੜ੍ਹੇ ਆਕਾਸ਼ ਕਰਾਵੇ। ਉਹ ਕੁਛ ਵੀ ਕਰ ਸਕਦਾ ਹੈ। ਜੇ ਮਾਣ ਦੇ ਸਕਦਾ ਹੈ, ਅਭਿਮਾਨ ਵੀ ਦੇ ਸਕਦਾ, ਅਪਮਾਨ ਵੀ ਦੇ ਸਕਦਾ। ਇਹ ਤਾਂ ਉਹਦੇ ਹੱਥ 'ਚ ਆ ਨਾ, ਜਿਉਂ ਭਾਵੇ ਤੋ ਰਾਖ। ਸਾਹਿਬ ਕਹਿੰਦੇ ਅੰਤ ਨ ਜਾਪੇ ਕੀਤਾ ਆਕਾਰ। ਆ ਜਿੰਨਾ ਵੀ ਆਕਾਰ ਕੀਤਾ ਹੋਇਆ, ਇਹਦੇ ਰਾਹੀਂ ਵੀ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਵੀ ਚਲੋ ਜੀ ਆਹ ਰੱਬ ਨੇ ਬਣਾਇਆ, ਆਹ ਵੀ ਰੱਬ ਨੇ ਬਣਾਇਆ, ਆਹ ਵੀ ਰੱਬ ਨੇ ਬਣਾਇਆ, ਕਿੱਥੇ ਕਿੱਥੇ ਕਹਾਂਗੇ? ਜਾਂ ਉਹਨੂੰ ਦੱਸਣ ਵਾਲਾ ਮੁੱਕ ਹੀ ਜਾਂਦਾ। ਜਿਹੜੇ ਜੰਗਲ 'ਚ ਵੜਿਆ ਸੀਗਾ ਉੱਥੇ ਹੀ ਮੁੱਕ ਜਾਂਦਾ ਗਾ, ਜੰਗਲ ਹੀ ਨਹੀਂ ਮੁੱਕਦਾ। ਜਿਹੜੇ ਸਮੁੰਦਰ 'ਚ ਮੱਛੀ ਬੜੀ ਸੀ, ਉਹ ਸਮੁੰਦਰ ਹੀ ਨਹੀਂ, ਮੱਛੀ ਪੂਰੀ ਹੋ ਜਾਂਦੀ ਹੈ। ਅੰਤ ਤਾਂ ਪਿਆ ਨਾ, ਫਿਰ ਤੁਰ ਗਿਆ। ਜਿਹੜਾ ਅੰਤ ਪਾਉਣ ਗਏ ਉਹੀ ਮੁੱਕ ਗਏ, ਰਾਹ 'ਚ ਹੀ ਰਹਿ ਗਏ। ਫਿਰ ਅੰਤ ਉਹਦਾ ਕਿਵੇਂ ਪਾਉਣਾ? ਬਾਬਾ ਜੀ ਕਹਿੰਦੇ ਪਾਉਣਾ ਹੀ ਕਾਹਦੇ ਵਾਸਤੇ ਆ? ਇਸ ਲਈ ਕਹਿੰਦੇ ਅੰਤ ਨ ਜਾਪੇ ਕੀਤਾ ਆਕਾਰ, ਅੰਤ ਨ ਜਾਪੇ ਪਾਰਾਵਾਰ। ਪਾਰਾਵਾਰ ਵੀ ਉਹਦਾ ਪਾਰਵਾਰ ਵੀ ਕੋਈ ਪਾ ਨਹੀਂ ਸਕਿਆ, ਅੰਤ ਪਾ ਨਹੀਂ ਸਕਿਆ, ਬੇਅੰਤ ਹੈ। ਇਹ ਸ਼ਬਦ ਬੜਾ ਢੁਕਵਾਂ ਬਾਬੇ ਨੇ ਵਰਤਿਆ ਹੈ। ਤੂੰ ਬੇਅੰਤ ਕੋ ਬਿਰਲਾ ਜਾਣੇ, ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਨਹੀਂ ਜਾ ਸਕਦਾ, ਉਹ ਬੇਅੰਤ ਹੈ। ਮਹਾਰਾਜ ਕਹਿੰਦੇ ਅਗਲੀ ਪੰਕਤੀ ਵਿੱਚ, ਅੰਤ ਕਾਰਨ ਕੇਤੇ ਬਿਲ ਲਾਏ। ਬਿਲ ਲਾਏ ਕਿ ਤੜਫਦੇ ਨੇ, ਬੜਾ ਰੌਲਾ ਪਾਇਆ, ਬੜੇ ਬਿਲਾਪ ਕੀਤੇ। ਕਾਹਦੇ ਕਰਕੇ? ਅੰਤ ਕਰਕੇ, ਵੀ ਅਸੀਂ ਕਰ ਲਾਂਗੇ, ਬਸ ਸਾਡੇ ਵਾਲੀ ਖੋਜ ਪੂਰੀ ਹੈ, ਇਸੇ ਕਰਕੇ ਤਾਂ ਰੌਲਾ ਹੈ। ਉਹ ਕਹਿੰਦੇ ਅਸੀਂ ਸਹੀ ਹਾਂ, ਉਹ ਕਹਿੰਦੇ ਅਸੀਂ ਸਹੀ ਹਾਂ, ਸਾਡੀ ਖੋਜ ਪੂਰੀ, ਉਹ ਕਹਿੰਦੇ ਸਾਡੀ ਪੂਜਾ। ਗੱਲ ਉੱਥੇ ਖੜੀ ਆ। ਜਿਹੜੀ ਗੱਲ ਕਹਿੰਦੀ ਉਹਦੀ ਕੋਲ ਤਾਂ ਖੋਜੇ ਨਹੀਂ ਜਾ ਸਕਦਾ, ਉਹਦਾ ਅੰਤ ਤਾਂ ਪਾਇਆ ਹੀ ਨਹੀਂ ਜਾ ਸਕਦਾ, ਭਾਵੇਂ ਲਿਖਣ ਨਾ ਪਾਇਆ ਕਿ ਕਿਸੇ ਨੇ ਪਾਇਆ। ਸਾਧ ਕੀ ਮਹਿਮਾ ਵੇਦ ਨਾ ਜਾਣੈ, ਜੇਤਾ ਸੁਣੈ ਤੇਤਾ। ਆ ਦੇ ਲਓ, ਗੁਰੂ ਅਰਜਨ ਪਾਤਸ਼ਾਹ ਗੱਲ ਨਿਬੇੜ ਗਏ। ਕਹਿੰਦੇ ਕੋਈ ਦੱਸ ਹੀ ਨਹੀਂ ਸਕਦਾ ਉਹਦੀ ਸੋਭਾ ਨੂੰ। ਮੈਂ ਤਾਂ ਜਿਹੋ ਜਿਹੀ ਜਿਹੜੀ ਦੱਸੀ ਹੈ ਨਾ ਤੁਹਾਨੂੰ, ਇਹ ਵੀ ਮੈਂ ਵਿਖਿਆਨ ਜਿਹੜੀ ਕੀਤੀ, ਜੇਤਾ ਸੁਣੇ ਉਹੋ ਜਿਹੀ ਦੱਸੀ ਹੈ। ਐ ਨਹੀਂ ਕਿਹਾ ਵੀ ਮੈਂ ਜਾਣ ਲਈ ਨਾ। ਸਾਹਿਬ ਗੁਰੂ ਪਾਤਸ਼ਾਹ ਕਹਿੰਦੇ ਅੰਤ ਨ ਜਾਪੇ ਕਿਆ ਮਨਮੰਤ। ਅੱਗੇ ਕਹਿੰਦੇ ਅੰਤ ਨ ਜਾਪੇ ਪਾਰਾਵਾਰ, ਅੰਤ ਕਾਰਨ ਕੀਤੇ ਬਿਲ ਲਾਏ, ਤਾਂ ਕਿ ਅੰਤ ਨਾ ਪਾਏ ਜਾਏ। ਉਹਨਾਂ ਦੇ ਅੰਤ ਪਾਇਆ ਵੀ ਉਹ ਪਾਇਆ ਨਹੀਂ ਜਾ ਸਕਦਾ, ਮਿਲਿਆ ਨਹੀਂ ਜਾ ਸਕਦਾ, ਅੰਤ ਦਾ ਪਾਇਆ ਨਹੀਂ ਸਕਦਾ, ਉਹ ਬੇਅੰਤ ਹੈ। ਤਾਂ ਅੱਗੇ ਫਿਰ ਕਹਿੰਦੇ ਜੇ ਅੰਤ ਨਹੀਂ ਪਾਇਆ ਤਾਂ ਫਿਰ ਕੀ ਕਰਾਂਗੇ? ਅੰਤ ਬਹੁਤ ਮਿਲ ਗਿਆ ਜੀ, ਬੜਾ ਪਤਾ ਲੱਗ ਗਿਆ ਜੀ, ਫਿਰ ਬਹੁਤਾ ਕਹੀਏ ਬਹੁਤਾ ਹੋਏ।
ਜਿੱਥੇ ਤੱਕ ਕਹਿੰਦੇ ਵੀ ਲਓ ਜੀ ਇੱਥੇ ਤੱਕ ਪਤਾ ਲੱਗ ਗਿਆ ਬਹੁਤਾ ਹੋਏ, ਫਿਰ ਅੱਗੇ ਫਿਰ ਬਹੁਤਾ ਹੋ ਜਾਂਦਾ, ਹੋਰ ਕੀ ਕਰੋਗੇ। ਉਹ ਬੇਅੰਤ ਹੈ ਬਾਣੀ ਜਿਹੜੀ ਨੁਕਤੇ ਤੇ ਗੁਰੂ ਨਾਨਕ ਸਾਹਿਬ ਲੈ ਕੇ ਆਉਣਾ ਚਾਹੁੰਦੇ ਨੇ ਵੀ ਇਸ ਨੁਕਤੇ 'ਚ ਪੈਣਾ ਹੀ ਕਿਉਂ ਹੈ, ਜਾਣਨਾ ਹੀ ਕਿਉਂ ਹੈ। ਵੀ ਤੂੰ ਕਿਉਂ ਨਹੀਂ ਕੀੜੀ ਵਾਂਗੂ ਨਿਮਰਤਾ 'ਚ ਰਹਿੰਦਾ, ਕਿਉਂ ਨਹੀਂ ਪਾਣੀ ਵਾਂਗੂ ਤੁਰਿਆ ਰਹਿੰਦਾ, ਤੁਰਿਆ ਰਿਹਾ ਆਪਦੇ ਕੰਮ 'ਚ। ਉਹਨੂੰ ਕਹਿਣ ਦੀ ਲੋੜ ਨਹੀਂ ਪੈਂਦੀ, ਉਹਨੂੰ ਡਾਇਰੈਕਸ਼ਨ ਦੀ ਲੋੜ ਨਹੀਂ ਪੈਂਦੀ। ਡਾਇਰੈਕਸ਼ਨਾਂ ਉਹਨਾਂ ਵਾਸਤੇ ਨੇ ਜਿਹੜੇ ਨੇ ਬਾਹਰ ਹੀ ਬਾਹਰ ਫਿਰਦੇ। ਇਹੀ ਲੋਕ ਪੁੱਛਦੇ ਉਹੀ ਹੁੰਦੇ ਨੇ ਜਿਹੜੇ ਬਾਹਰਲੀ ਡਾਇਰੈਕਸ਼ਨਾਂ 'ਚ ਨੇ। ਇੱਕ ਉਦੋਂ ਦੇਖੋ ਨਾ ਤੁਸੀਂ ਕੋਈ ਨੇਤਰਹੀਣ ਬੰਦਾ ਹੋਵੇ ਜਿਹਦੀ ਅੱਖਾਂ ਨਾ ਹੋਣ ਅਤੇ ਉਹਦੇ ਮੂਹਰੇ ਰੋਟੀ ਰੱਖ ਦਿਓ, ਉਹਨੂੰ ਤਾਂ ਦਿਸਦਾ ਨਹੀਂ ਨਾ, ਚਲੋ ਨਾ ਸੁਣਦਾ ਵੀ ਨਾ ਹੋਵੇ, ਉਹਦੇ ਮੂਹਰੇ ਰੋਟੀ ਰੱਖ ਦਿਓ ਅਤੇ ਉਹ ਪਤਾ ਕੀ ਕਰੇਗਾ, ਰੋਟੀ ਤੋੜੇਗਾ, ਕਿੱਥੇ ਜਾਏਗੀ, ਮੂੰਹ 'ਚ। ਉਹਨੂੰ ਕਹਿਣ ਦੀ ਲੋੜ ਪੈਂਦੀ ਵੀ ਤੂੰ ਰੋਟੀ ਇੱਧਰ ਨੂੰ ਹੱਥ ਫੜ ਕੇ ਵੀ ਮੂੰਹ 'ਚ ਪਾ ਲਾ, ਉਹ ਆਪਣੇ ਆਪ ਜਾਂਦੀ ਹੈ। ਕਿਉਂ? ਉਹਨੂੰ ਪਤਾ ਹੈ ਇਹਦਾ ਮੁੱਖ ਦੁਆਰ ਇੱਧਰ ਹੈ, ਇਹਦੀ ਖੁਰਾਕ ਦਾ ਰਸਤਾ ਇਹ ਹੈ। ਅਤੇ ਜਿਨ੍ਹਾਂ ਨੇ ਪਰਮੇਸ਼ਰ ਨੂੰ ਮਿਲਣਾ ਹੈ ਉਹ ਪੁੱਛਦੇ ਨਹੀਂ, ਉਹ ਤੁਰੇ ਹੋਏ ਨੇ, ਤੁਰੇ ਰਹਿੰਦੇ ਨੇ। ਜਦ ਤੱਕ ਅੰਤ ਪਾਉਣ ਦੀ ਗੱਲ ਕਰੇ ਬਾਬਾ ਜੀ ਕਹਿੰਦੇ ਉਹਨੂੰ ਸਮਝਣਾ ਜਿਹੜਾ ਹੈ ਆਪਦੇ ਆਪ ਦੀ ਖੁਆਰੀ ਹੈ, ਹੋਰ ਕੁਛ ਨਹੀਂ। ਇੱਕ ਨਾ ਛੋਟੀ ਜਿਹੀ ਵਾਰਤਾ ਹੈ, ਮਹਾਤਮਾ ਬੁੱਧ ਜੀ ਕੋਲ ਇੱਕ ਬੰਦਾ ਆਇਆ, ਉਹ ਕਹਿੰਦੇ ਮਹਾਤਮਾ ਜੀ ਤੁਸੀਂ ਰੱਬ ਦਾ ਅੰਤ ਪਾ ਲਿਆ? ਕੈਸਾ ਸਵਾਲ ਹੈ। ਹੁਣ ਜੇ ਉਹ ਕਹਿੰਦੇ ਨੇ ਨਹੀਂ ਤਾਂ ਵੀ ਅੰਤ ਹੀ ਨਹੀਂ, ਤੂੰ ਤਾਂ ਫਿਰ ਖਾਲੀ ਆ, ਅਜੇ ਤਾਂ ਕੁਛ ਵੀ ਨਹੀਂ ਮਿਲਿਆ। ਜੇ ਕਹਿੰਦੇ ਨੇ ਹਾਂ ਅਤੇ ਫਿਰ ਇਸ ਗੱਲ ਤੋਂ ਮਨ ਕਰਾਉਂਦੇ ਵੀ ਉਹਦਾ ਅੰਤ ਪਾਇਆ ਨਹੀਂ ਜਾ ਸਕਦਾ। ਫਿਰ ਕਹਿੰਦੇ ਉਹ ਸੱਜਣ ਪੁੱਛਣ ਲੱਗਿਆ ਵੀ ਤੁਸੀਂ ਅੰਤ ਪਾ ਲਿਆ? ਮਹਾਤਮਾ ਜੀ ਚੁੱਪ ਕਰਕੇ ਬੈਠੇ ਰਹੇ। ਉਹਨੇ 2 ਵਾਰੀ ਪੁੱਛਿਆ, 3 ਵਾਰੀ ਪੁੱਛਿਆ, ਤੁਸੀਂ ਅੰਤ ਪਾ ਲਿਆ ਕਿ ਨਹੀਂ? ਉਹ ਬੋਲੇ ਹੀ ਨਹੀਂ, ਬੋਲੇ ਨਹੀਂ ਤਾਂ ਅਖੀਰ ਉਹ ਉੱਠ ਕੇ ਚਲਿਆ ਗਿਆ। ਜਦੋਂ ਜਾਣ ਲੱਗਿਆ ਉਹਨੇ ਮੱਥਾ ਟੇਕਿਆ ਮਹਾਤਮਾ ਬੁੱਧ ਜੀ ਨੂੰ, ਬੜੇ ਪਿਆਰ ਨਾਲ, ਅਦਬ ਨਾਲ, ਸਤਿਕਾਰ ਨਾਲ ਚਲਿਆ ਗਿਆ। ਉਹ ਜਿਹੜੇ ਆਨੰਦ ਉਹਦਾ ਦੇਵ ਸੇਵਕ ਸੀਗਾ ਮਹਾਤਮਾ ਬੁੱਧ ਜੀ ਦਾ, ਉਹ ਪੁੱਛਦਾ ਮਹਾਤਮਾ ਜੀ ਹੱਦ ਹੋ ਗਈ ਵੀ ਬੰਦਾ ਇੱਥੋਂ ਪੁੱਛਣ ਆਇਆ, ਏਡਾ ਵਿਦਵਾਨ ਪੰਡਿਤ ਸੀ ਤੁਹਾਡੇ ਕੋਲ ਪੁੱਛਣ ਆਇਆ, ਤਾਂ ਤੁਸੀਂ ਉਹ ਦੱਸਿਆ ਕੁਝ ਨਹੀਂ। ਤੁਸੀਂ ਹਾਂ ਅਤੇ ਜੇ ਨਹੀਂ ਹਾਂ ਅਤੇ ਨਾ ਕੁਛ ਤਾਂ ਕਹਿੰਦੇ। ਉਹ ਕਹਿੰਦੇ ਉਹ ਜੋ ਪੁੱਛਣਾ ਸੀ ਉਹ ਪੁੱਛ ਕੇ ਉਹ ਲੈ ਗਿਆ, ਸਵਾਲ ਉਹਨੂੰ ਮਿਲ ਗਿਆ, ਜਵਾਬ ਮਿਲ ਗਿਆ। ਕੀ ਸਵਾਲ ਸੀ? ਉਹਦਾ ਅੰਤ ਪਾਇਆ ਨਹੀਂ ਜਾ ਸਕਦਾ। ਫਿਰ ਜੇ ਮੈਂ ਕਹਿੰਦਾ ਨਹੀਂ ਹੈ ਅਤੇ ਤਾਂ ਵੀ ਗੜਬੜ ਸੀ। ਫਿਰ ਚੁੱਪ ਕੀ ਹੈ? ਚੁੱਪ ਦਾ ਮਤਲਬ ਇਹੀ ਹੁੰਦਾ ਹੈ ਵੀ ਜਿਹਨਾਂ ਨੇ ਉਹਨੂੰ ਮਿਲੇ ਨੇ ਉਹ ਦੱਸਣ ਜੋਗੇ ਨਹੀਂ ਹੁੰਦੇ, ਜਿਹੜੇ ਉਹਨੂੰ ਮਿਲੇ ਨੇ ਉਹ ਬੋਲਣ ਜੋਗੇ ਨਹੀਂ ਹੁੰਦੇ। ਅੰਤ ਨਾ ਸਿਫਤੀ ਕਹਿਣ ਨਾ ਅੰਤ, ਕਹਿਣ ਨਾਲ ਵੀ ਅੰਤ ਦੱਸ ਹੀ ਨਹੀਂ ਸਕਦੇ ਕਿਉਂਕਿ ਕਹਿਣ ਜੋਗੇ ਹੁੰਦੇ ਹੀ ਨਹੀਂ। ਫਿਰ ਉਹੀ ਜਿਹੜੀ ਐਗਜ਼ਾਮਪਲ ਪਿੱਛੇ ਦਿੱਤੀ ਆ ਵੀ ਨਦੀਆਂ ਅਤੇ ਬਾਹ ਉਹ ਜਿਉਂ ਚੱਲਦੀਆਂ ਨੇ, ਜਿਉਂ ਚੱਲਦੀਆਂ ਕਿੱਥੇ ਜਾ ਕੇ ਡਿੱਗਦੀਆਂ ਨੇ? ਸਮੁੰਦਰ 'ਚ। ਅਤੇ ਬਾਅਦ 'ਚ ਉਹਨਾਂ ਨੂੰ ਪੁੱਛੋ ਵੀ ਸਮੁੰਦਰ ਤੂੰ ਕਿੱਥੇ ਹੈ, ਕਿਹਨੂੰ ਮਿਲ ਗਈ? ਉਹ ਦੱਸਣ ਜੋਗੀ ਹੈਗੀ ਆ? ਉਹ ਤਾਂ ਖਤਮ ਹੀ ਹੋ ਗਈ। ਹੁਣ ਕੀ ਰਹਿ ਗਿਆ? ਹੁਣ ਤਾਂ ਸਮੁੰਦਰ ਹੀ ਰਹਿ ਗਿਆ। ਗੱਲ ਆ ਉਹ ਚੁੱਪ ਨੇ, ਦੱਸ ਨਹੀਂ ਸਕਦੇ, ਬਿਆਨ ਨਹੀਂ ਹੋ ਸਕਦੇ। ਬਾਣੀ ਨੇ ਐਸਾ ਵੀ ਲਿਖਿਆ ਹੈ, ਮਹਾਰਾਜ ਕਹਿੰਦੇ ਜਿਨੀ ਪਾਇਓ ਤਿਨੀ ਛੁਪਾਇਓ, ਕਹਿਣ ਜੋਗੇ ਨਹੀਂ ਹੁੰਦੇ। ਅਗਲੀ ਪੰਕਤੀ ਵਿੱਚ ਇਸ ਕਹਿੰਦੇ ਇਹ ਅੰਤ ਨਾ ਜਾਣੇ ਕੋਈ, ਬਹੁਤਾ ਕਹੀਏ ਬਹੁਤਾ ਹੋਏ, ਵੱਡਾ ਸਾਹਿਬ ਉੱਚਾ ਥਾਉ। ਉਹ ਵੱਡਾ ਹੈ, ਕੱਲ੍ਹ ਵੀ ਕਿਹਾ ਸੀ, ਪਰਸੋਂ ਵੀ ਕਿਹਾ ਸੀ, ਉਹ ਵੱਡਾ ਹੈ ਅਤੇ ਵੱਡਾ ਸਾਹਿਬ ਉੱਚਾ। ਸਾਹਿਬ ਕਹਿੰਦੇ ਉੱਚਾ ਨਾਉ, ਵਾਹਿਗੁਰੂ ਉੱਚਾ ਥਾਉ, ਉਹਦਾ ਨਾਉ ਵੀ ਉੱਚਾ ਅਤੇ ਉਹ ਆਪ ਵੀ ਵੱਡਾ। ਹੁਣ ਧਿਆਨ ਦੇ, ਜਿਵੇਂ ਕਹਿੰਦਾ ਜਿਹੜਾ ਵੱਡਾ ਹੈ ਨਾ, ਵੱਡੇ ਨੂੰ ਵੱਡਾ ਕਰਕੇ ਸਲਾਹੀਏ। ਉਹਦਾ ਨਾਂ ਵੀ ਉੱਚਾ ਹੈ, ਉੱਚੇ ਉੱਪਰ ਉੱਚਾ ਨਾਉ। ਉਹ ਜਿੰਨਾ ਉੱਚਾ ਉਹ ਹੈ ਉਹਦੇ ਉੱਤੇ ਉਦੋਂ ਉੱਚਾ ਉਹਦਾ ਨਾਂ ਹੈ। ਉਹਦੇ ਉੱਤੇ ਪਰਮੇਸ਼ਰ ਇੰਨਾ ਉੱਚਾ ਨਾ, ਉਹਦੇ ਉੱਚਾ ਉੱਪਰ ਅੱਗੇ ਨਾਂ ਹੋਰ ਕੋਈ ਉੱਚੀ ਚੀਜ਼ ਨਹੀਂ ਹੈਗੀ। ਪਰਮੇਸ਼ਰ ਤੋਂ ਵੱਡੀ ਇੱਕ ਚੀਜ਼ ਹੈ। ਦੇਖੋ ਇੱਥੇ ਲਿਖੀ ਬਾਣੀ ਦੀ ਵੱਡੀ ਡੀਪਲੀ ਗੱਲ ਕਹੀ ਹੋਈ ਆ, ਪਰਮੇਸ਼ਰ ਉੱਚਾ ਹੈ। ਮਹਾਰਾਜ ਕਹਿੰਦੇ ਉੱਚੇ ਉੱਪਰ ਕੀ ਆ? ਉੱਪਰ ਉੱਚਾ ਨਾਉ, ਉਹਦੇ ਉੱਪਰ ਉੱਚਾ ਨਾਉ ਹੈ। ਕਿਉਂ ਨਾਉ ਉੱਚਾ ਹੈ? ਸੁਖਮਨੀ ਸਾਹਿਬ ਤੁਸੀਂ ਪੜ੍ਹਦੇ ਤਾਂ ਰਹਿੰਦੇ ਹੋ, ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕਾ ਸਿਮਰਨ ਸਭ ਤੇ ਉੱਚਾ। ਸਭ ਤੇ ਉੱਚਾ ਕੀ ਤੋਂ ਗਿਆ?
कोई किते लाइए कंडीशन? ये उच्चे की गल है। उच्चा परमेश्वर है। जे परमेश्वर नूं मिलना है, उहदे उपर एक नां है, उहदा नां मिला सकदा तुहानूं। फिर जिन्हें उन्होंने रब नाल मिला दिता वो उच्चा होया ना। फिर यही तो बड़ी खासियत है। एक और मैं छोटी जी एग्जाम्पल कह के समाप्ति करदा, समा हो गया। हुण माउंट एवरेस्ट उच्ची है ना, कितनी उच्ची है माउंट एवरेस्ट? बहुत उच्ची है। हुण आपां थल्ले खड़े कहिए भी बड़ी उच्ची है, फिर कहिए उहदा की फर्क पैंदा? कोई फर्क नहीं पैंदा। ਜਿਹੜਾ कोई चढ़ के कदमदार उपर चले जाता है, ਉਹਦੀ 8000 समथिंग कुछ ਉਹਦੀ ਉਚਾਈ ਆ, ਸਪੋਜ਼ है ना, ਮੰਨ ਲਓ ਆਪਾਂ ਕਹਿ ਦਈਏ ਉਹ ਜਿੱਥੇ ਜਾ ਕੇ ਖਤਮ ਹੁੰਦੀ ਹੈ ਉਹਦੀ 8000 ਹੋ ਗਈ ਨਾ, ਉੱਚੇ ਹੋ ਗਈ। ਹੁਣ ਜਿਹੜਾ ਬੰਦਾ ਚੜਿਆ ਉਹ ਦੂ ਉੱਪਰ ਹੋ ਗਿਆ, ਉਹਦੇ ਉੱਪਰ ਖੜ ਗਿਆ ਜਾ ਕੇ। ਹੁਣ ਜਦੋਂ ਪੁੱਛੋਗੇ ਵੀ ਉਹ ਕਿੰਨਾ ਉੱਚਾ ਗਾ, ਜੇ ਉਹਦਾ 5 ਫੁੱਟ ਕੱਦ ਆ ਤੇ 5 ਫੁੱਟ ਉੱਚਾ ਹੋ ਗਿਆ, ਉਹਦੇ ਨਾਲੋਂ ਵੀ ਉੱਚਾ। ਐਵੇਂ ਨਹੀਂ ਵਡਿਆਇਆ, ਪਰਮੇਸ਼ਰ ਦਾ ਪਿਆਰਾ ਉਸ ਤੋਂ ਵੀ ਉੱਤੇ ਆ। ਤੇ ਅੱਜ ਤੱਕ ਤੁਸੀਂ ਦੇਖਿਆ ਵੀ ਮਾਊਂਟ ਐਵਰੈਸਟ ਦੇ ਹਾਰ ਪਏ ਨੇ ਵੀ ਇੰਨੀ ਉੱਚੀਆਂ ਤੋਂ ਨਹੀਂ ਪਏ। ਕਿਹਦੇ ਪੈਂਦੇ ਨੇ? ਜਿਹੜਾ ਉਹਦੇ ਚੜ੍ਹ ਕੇ ਆਉਂਦਾ। ਹਾਰ ਉਹਦੇ ਗਲ 'ਚ ਪੈਂਦਾ ਜਿਹੜਾ ਮਾਊਂਟ ਐਵਰੈਸਟ 'ਤੇ ਜਾਂਦਾ। ਐਂ ਪਰਮੇਸ਼ਰ ਬਹੁਤ ਉੱਚਾ ਹੈ। ਹਾਰ ਕਿਹਦੇ ਪੈਂਦੇ ਨੇ? ਸੰਤ ਬਾਬਾ ਅਤਰ ਸਿੰਘ ਜੀ, ਸੰਤ ਬਾਬਾ ਈਸ਼ਰ ਸਿੰਘ ਜੀ। ਉਸ ਸਟੇਜ 'ਤੇ ਪਹੁੰਚੇ, ਉੱਚੇ ਹੋ ਗਏ ਹੋ। ਤਾਂ ਹੀ ਤਾਂ ਕਹਿੰਦੇ ਵੀ ਸਾਧ ਕੀ ਮਹਿਮਾ ਵੇਦ ਨ ਜਾਣੇ, ਜੇਤਾ ਸੁਣੇ ਤੇਤਾ ਵਕਿਆਨੇ। ਸਾਧ ਕੀ ਉਪਮਾ ਤਹਿ ਗੁਣ ਤੇ ਦੂਰ। ਤੇ ਇਸ ਲਈ ਗੁਰੂ ਬਾਬਾ ਜੀ ਕਹਿੰਦੇ ਉਹ ਪਰਮੇਸ਼ਰ ਜਿਹੜਾ ਹੈ ਉੱਚੇ ਉੱਪਰ ਉੱਚਾ ਨਾਉ, ਉਹਦੇ ਤੋਂ ਉੱਪਰ ਆ। ਦੋ ਪੰਕਤੀ ਕਹਿ ਕੇ ਸਮਾਪਤੀ ਕਰ ਦਈਏ। ਏਵੜ ਉੱਚਾ ਹੋਵੇ ਕੋਈ, ਆ ਗੱਲ ਜਿਹੜੀ ਮੈਂ ਕਹੀ ਆ। ਹੁਣ ਜੇ ਉਹਨੂੰ ਜਾਣਨਾ ਉਹਦੇ ਬਰਾਬਰ ਆਏਗਾ ਤਾਂ ਹੀ ਪਤਾ ਲੱਗੇਗਾ ਨਾ ਵੀ ਇੰਨੀ ਉਚਾਈ 'ਚ ਆ। ਏਵੜ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣੇ। ਉਹਦੇ ਬਰਾਬਰ ਆਵੇਗਾ ਨਾ, ਮਿਲ ਜਾਏਗਾ ਤਾਂ ਪਤਾ। ਸਮੁੰਦਰ ਕਿੱਡਾ ਵੱਡਾ ਪਤਾ ਹੀ ਨਹੀਂ ਲੱਗਿਆ, ਨਾ ਨਦੀ ਨੂੰ ਪਤਾ ਲੱਗਿਆ, ਨਾ ਨਹਿਰ ਨੂੰ ਪਤਾ ਲੱਗਿਆ, ਨਾ ਨਾਲੇ ਨੂੰ। ਜਿੱਦੇ ਵਿੱਚ ਡਿੱਗ ਗਏ ਇੱਕੋ ਜਿਹੇ ਹੋ ਗਏ ਨੇ ਇੱਕੋ ਜਿਹੇ। ਹੁਣ ਕਹਿਣ ਜੋਗੇ ਵੀ ਨਹੀਂ ਰਹੇ ਵੀ ਸਮੁੰਦਰ ਆ ਕਿ ਨਦੀ ਆ, ਇੱਕੋ ਹੀ ਹੋ ਗਏ ਹੁਣ, ਉਹਦੇ ਬਰਾਬਰ ਹੋ ਗਏ। ਤਾਂ ਲਾਸਟ ਪੰਕਤੀ ਕਹਿੰਦੇ ਤਿਸ ਉੱਚੇ ਕੋ ਜਾਣੇ ਸੋਏ, ਜੇਵੜ ਆਪ, ਜਿੱਡਾ ਵੱਡਾ ਉਹ ਆਪ ਹੈ, ਜਾਣੇ ਆਪ। ਆਪ 3 ਵਾਰੀ ਲਿਖਿਆ। ਜਿੱਡਾ ਵੱਡਾ ਉਹ ਆਪ ਹੈ ਉਹ ਆਪ ਹੀ ਜਾਣਦਾ ਹੈ। ਕਿਉਂ? ਕਿਉਂਕਿ ਉਹਨੇ ਆਪਣੇ ਆਪ ਤੋਂ ਹੀ ਸਾਰਾ ਕੁਝ ਬਣਾਇਆ। ਕੱਲ੍ਹ ਵੀ ਕਿਹਾ ਸੀ, ਉਹ ਆਪਦੇ ਕੋਲੋਂ ਆਪ ਹੀ ਜਾਣਦਾ ਹੈ। ਜੇਵੜ ਆਪ ਤੇਵੜ ਤੇਰੀ ਦਾ। ਉਹਦੀ ਨਿਸ਼ਾਨੀ ਇਹ ਆ, ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੁਈ ਕੁਦਰਤ ਸਾਜੇ। ਪਹਿਲਾਂ ਆਪਣੇ ਆਪ ਤੋਂ ਉਹਨੇ ਆਪ ਨੂੰ ਸਾਜਿਆ। ਇਸ ਲਈ ਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਉਹ ਪਰਮੇਸ਼ਰ ਜੇਵੜ ਆਪ ਜਾਣੇ ਆਪ। ਆਪ ਨਾਨਕ ਨਦਰੀ ਕਰਮੀ ਦਾਤ। ਉਹਦੀ ਬਖਸ਼ਿਸ਼ ਹੈ, ਕਰਮ ਹੈ, ਨਦਰ ਹੈ। ਇਸ ਲਈ ਗੁਰੂ ਪਾਤਸ਼ਾਹ ਕਹਿੰਦੇ ਉਹਦੀ ਨਦਰ ਸਭ ਤੋਂ ਵੱਡੀ ਹੈ। ਜੇ ਉਹ ਕਿਤੇ ਬਖਸ਼ਿਸ਼ ਕਰੇ ਤਾਂ ਉਹਦੀ ਸੋਝੀ ਪੈ ਸਕਦੀ ਆ, ਤਾਂ ਉਹਦੀ ਸਮਝ ਪੈ ਸਕਦੀ ਹੈ। ਤੇ ਨਹੀਂ, ਅੰਤ ਕੋਈ ਨਹੀਂ ਪਾ ਸਕਦਾ ਉਹਦੀ ਅੰਤ ਕੋਈ ਨਹੀਂ। ਫਿਰ ਕੀ ਆ? ਉਹਦੀ ਸਿਫਤ ਕਰਨੀ ਆ। ਸਾਲਾਹੀ ਸਾਲਾਹ, ਉਹਨੂੰ ਸਲਾਹ ਕਰਤੇ ਨੂੰ ਸਲਾਹ ਮਨ ਮੇਰੇ ਕਰਤੇ